ਨਮਸਕਾਰ, ਮੈਂ ਹਾਂ ਰਾਜ ਮਹਿੰਦਰੋ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਫਾਸਟ ਨਿਊਜ਼। ਦੋਸਤੋ, ਫਿਟਨੈਸ ਵਿਦਆਊਟ ਮੈਡੀਸਨ, ਆਪਣੀ ਸਿਹਤ ਬਿਨਾਂ ਮੈਡੀਸਨ ਤੋਂ ਕਿਵੇਂ ਸੈੱਟ ਕੀਤੀ ਜਾ ਸਕਦੀ ਹੈ। ਜੇਕਰ ਆਪਾਂ ਨੇ ਟੈਸਟ ਕਰਾਣੇ ਹੋਣ ਤਾਂ ਇੱਕ ਇੱਕ ਟੈਸਟ ਦਾ ਜਿਹੜੇ ਹੈ 500 ਰੁਪਇਆ 1000 ਰੁਪਇਆ ਅਲੱਗ-ਅਲੱਗ ਲੱਤਾ ਜਾਂਦਾ ਹੈ। ਇੱਕ ਟੈਸਟ ਜਿਹੜਾ ਹੈ ਕਰਾਉਣ ਵਾਸਤੇ ਸਾਨੂੰ ਕਈ ਗੇੜੇ ਮਾਰਨੇ ਪੈਂਦੇ ਨੇ। ਪਰ ਜੇਕਰ ਮੈਂ ਹੁਣ ਜਿਸ ਜਗ੍ਹਾ 'ਤੇ ਬੈਠਾ ਹਾਂ ਇਸ ਜਗ੍ਹਾ ਦੀ ਗੱਲ ਕਰਾਂ ਤਾਂ ਇੱਥੇ ਇੱਕ ਵਾਰ ਟੈਸਟ ਕਰਨ ਨਾਲ ਆਪਣੀ ਪੂਰੀ ਬੋਡੀ ਦਾ ਜਿਹੜਾ ਟੈਸਟ ਹੈ ਇੱਕੋ ਵਾਰ ਆ ਜਾਂਦਾ ਹੈ, ਉਹਦਾ ਪੂਰਾ ਰਿਜ਼ਲਟ, ਅਤੇ ਉਹਦਾ ਕੀ ਜਿਹੜਾ ਹੈ ਉਹਨੂੰ ਕਿਵੇਂ ਅਸੀਂ ਦੂਰ ਕਰ ਸਕਦੇ ਹਾਂ, ਇਹਦੀ ਪੂਰੀ ਰਿਪੋਰਟ ਜਿਹੜੀ ਹੈ ਇੱਕੋ ਰਿਜ਼ਲਟ ਦੇ ਵਿੱਚ ਆ ਜਾਂਦੀ ਹੈ। ਔਰ ਜਿਹੜੀ ਹੈ ਉਹਦੇ ਵਾਸਤੇ ਜ਼ਿਆਦਾਤਰ ਲੋਕ, ਬੱਚੇ ਜਾਂ ਬਜ਼ੁਰਗ ਵੀ ਜਿਹੜੇ ਨੇ ਸੂਈ ਤੋਂ ਡਰਦੇ ਨੇ ਕਿ ਸੂਈ ਲਾ ਕੇ ਸਾਡਾ ਖੂਨ ਨਿਕਲ ਜੂਗਾ। ਉਹ ਡਰ ਇੱਕ ਆਮ ਪਬਲਿਕ ਦੇ ਵਿੱਚ ਬੈਠਿਆ ਹੋਇਆ ਹੈ। ਇਸ ਕਰਕੇ ਜ਼ਿਆਦਾਤਰ ਲੋਕ ਜਿਹੜੇ ਨੇ ਟੈਸਟ ਕਰਾਉਣ ਤੋਂ ਪਰਹੇਜ਼ ਕਰਦੇ ਨੇ। ਪਰ ਮੈਂ ਅੱਜ ਜਿਸ ਸ਼ਖਸ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ, ਜਿਸ ਜਗ੍ਹਾ 'ਤੇ ਮੈਂ ਬੈਠਾ ਹਾਂ, ਇਹਨਾਂ ਕੋਲ ਇੱਕ ਨਵੀਂ ਟੈਕਨੀਕ, ਇੱਕ ਐਸੀ ਮਸ਼ੀਨ ਹੈ ਜਿਹੜੀ ਸਿਰਫ ਤੁਹਾਡੇ ਥੰਬਸ ਦੇ ਨਾਲ, ਤੁਹਾਡੇ ਅੰਗੂਠੇ ਦੇ ਨਾਲ ਤੁਹਾਡੇ ਪੂਰੇ ਬੋਡੀ ਦਾ ਟੈਸਟ ਕਰ ਦਿੰਦੀ ਹੈ। ਔਰ ਉਹ ਟੈਸਟ ਤੋਂ ਬਾਅਦ ਪੂਰੀ ਰਿਪੋਰਟ ਜਿਹੜੀ ਹੈ ਸਾਡੇ ਅੱਖਾਂ ਦੇ ਸਾਹਮਣੇ ਵਿਦਨ 5 ਮਿੰਟ ਦੇ ਵਿੱਚ ਆ ਜਾਂਦੀ ਹੈ। ਮੈਂ ਗੱਲ ਕਰ ਰਿਹਾ ਡਾਕਟਰ ਕਮਲਜੀਤ ਸਿੰਘ, ਜਿਨ੍ਹਾਂ ਦਾ ਨਵ ਕਿਰਨੀਆਂ ਚੁੰਬਕੀ ਇਲਾਜ, ਜਿਨ੍ਹਾਂ ਦਾ ਖੰਨੇ ਦੇ ਵਿੱਚ ਪਹਿਲਾਂ ਵੀ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕੀਤੀ, ਵਿਦੇਸ਼ਾਂ ਦੇ ਵਿੱਚ ਆਪਣਾ ਨਾਮਣਾ ਖੱਟਿਆ, ਸਾਡੇ ਖੰਨੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਇੱਕ ਵਾਰ ਫਿਰ ਖੰਨੇ ਸ਼ਹਿਰ ਦੇ ਪਬਲਿਕ ਨੂੰ ਸੇਵਾ ਕਰਨ ਵਾਸਤੇ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਹੈ ਮੁੜ ਖੰਨੇ ਦੇ ਵਿੱਚ ਇਹਨਾਂ ਨੇ ਆਪਣਾ ਚੁੰਬਕੀ ਇਲਾਜ ਦਾ ਜਿਹੜਾ ਹੈ ਕੇਂਦਰ ਮਲੇਰਕੋਟਲਾ ਰੋਡ 'ਤੇ ਖੋਲ੍ਹ ਦਿੱਤਾ ਹੈ। ਗੱਲ ਕਰਾਂਗੇ ਡਾਕਟਰ ਕਮਲਜੀਤ ਜੀ ਨਾਲ ਕਿ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਚੈਨਲ 'ਤੇ ਤੁਹਾਡਾ ਸਤਿ ਸ਼੍ਰੀ ਅਕਾਲ ਜੀ। ਮੈਨਰ ਸਾਹਿਬ, ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਅਤੇ ਪੂਰੇ ਕਿ ਆਪਣੇ ਇਲਾਕੇ ਦੇ ਲੋਕਾਂ ਨੂੰ ਇਹ ਮੈਸੇਜ ਪਹੁੰਚਾਉਣ ਵਿੱਚ ਉਪਰਾਲਾ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਮੈਂ ਸਟਾਰਟਿੰਗ ਹੀ ਇੱਥੋਂ ਕਰਾਂਗਾ ਕਿ ਨਵ ਕਿਰਨੀਆਂ ਚੁੰਬਕੀ ਇਲਾਜ ਕਿਵੇਂ ਹੋਇਆ, ਕਿਵੇਂ ਤੁਸੀਂ ਇਹਦੀ ਸ਼ੁਰੂਆਤ ਕੀਤੀ? ਜੀ, ਬਹੁਤ ਅੱਛਾ ਕੁਐਸਚਨ। ਐਕਚੁਅਲੀ ਮੈਂ ਜਦੋਂ 1995 'ਚ ਆਪਣਾ ਇੱਥੇ ਸੈਂਟਰ ਸ਼ੁਰੂ ਕੀਤਾ ਸੀ ਤਾਂ ਮੈਂ ਸੋਚ ਰਿਹਾ ਸੀ ਕਿ ਕੀ ਨਾਂ ਰੱਖਾਂ, ਅਤੇ ਕਾਫੀ ਸੋਚ ਵਿਚਾਰ ਤੋਂ ਬਾਅਦ ਇੱਕ ਖਿਆਲ ਮੇਰੇ ਮਨ ਵਿੱਚ ਆਇਆ ਕਿ ਪੁਰਾਣੇ ਅਤੇ ਪੇਚੀਦਾ ਮਰੀਜ਼ਾਂ ਵਾਸਤੇ ਆਸ ਦੀ ਨਵੀਂ ਕਿਰਨ ਲੈ ਕੇ ਨਵ ਕਿਰਨ ਚੁੰਬਕੀ ਇਲਾਜ ਕੇਂਦਰ ਖੰਨਾ ਵਿੱਚ ਸਥਾਪਿਤ ਹੋਇਆ ਹੈ। ਅਤੇ ਨਵ ਕਿਰਨ ਕੀ ਹੈ ਕਿ ਮੇਰੀਆਂ 2 ਬੇਟੀਆਂ, ਵੱਡੀ ਬੇਟੀ ਦਾ ਨਾਂ ਕਿਰਨਦੀਪ, ਛੋਟੀ ਦਾ ਨਾਂ ਨਵਦੀਪ। ਮੈਂ ਦੋਹਾਂ ਦਾ ਨਾਮ ਨੂੰ ਮਿਲਾ ਕੇ ਨਵ ਕਿਰਨ ਰੱਖਿਆ ਸੀ ਅਤੇ ਇਸ ਕਰਕੇ ਇਸ ਦਾ ਨਾਮ ਨਵ ਕਿਰਨ ਸ਼ੁਰੂ ਹੋਇਆ। ਡਾਕਟਰ ਸਾਹਿਬ, ਬਹੁਤ ਵਧੀਆ ਗੱਲ ਕੀਤੀ ਕਿ ਆਪਣੇ ਬੱਚਿਆਂ ਦੇ ਨਾਮ ਦੇ ਉੱਪਰ, ਹੈ ਨਾ, ਇੱਕ ਤਾਂ ਬੰਦਾ ਆਪਣੇ ਬੱਚਿਆਂ ਨੂੰ ਹਮੇਸ਼ਾ ਯਾਦ ਕਰਦਾ ਹੈ ਜੀ। ਨਵ ਕਿਰਨ ਜਿਹੜਾ ਹੈ ਨਾਮ ਰੱਖਿਆ। ਖੰਨੇ ਦੇ ਵਿੱਚ ਤੁਸੀਂ ਇਹਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਦੋਂ ਕੀਤੀ ਸੀ? ਮੈਂ ਕੀਤੀ 9 ਅਗਸਤ 1995। ਕਿੰਨਾ ਚਿਰ ਕੰਮ ਕੀਤਾ ਫਿਰ ਤੁਸੀਂ? ਮੈਂ ਇੱਥੇ ਤਕਰੀਬਨ 2002 ਤੱਕ ਕੰਮ ਕੀਤਾ। ਉਸ ਤੋਂ ਬਾਅਦ ਮੈਂ ਚਲੇ ਗਿਆ ਸੀ ਓਮਾਨ ਐਜ ਏ ਚੀਫ ਕੰਸਲਟੈਂਟ ਟੂ ਦ ਸੁਲਤਾਨ ਆਫ ਓਮਾਨ। ਉੱਥੇ ਮੈਂ 2 ਸਾਲ ਰਿਹਾ। ਉਸੇ ਦੌਰਾਨ ਮੈਨੂੰ PCA ਤੋਂ, ਆਪਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਤੋਂ ਇਨਵੀਟੇਸ਼ਨ ਆ ਗਈ ਸੀ। ਮੈਂ ਔਰ ਆਪਣੇ ਪਾਕਿਸਤਾਨੀ ਕੋਚ ਇੰਤਖਾਬ ਆਲਮ ਜੀ, ਅਸੀਂ ਇਕੱਠੇ ਮਿਲ ਕੇ ਰਾਂਝੀ ਟਰੋਫੀ ਵਾਸਤੇ ਟੀਮ ਤਿਆਰ ਕਰ ਰਹੇ ਸੀ। ਔਰ ਉਸ ਤੋਂ ਇਲਾਵਾ ਮੈਨੂੰ ਆਪਣੀ ਇੰਡੀਅਨ ਟੀਮ ਨੂੰ ਵੀ ਆਪਣੀਆਂ ਸੇਵਾਵਾਂ ਦੇਣ ਦਾ ਮੌਕਾ ਮਿਲਿਆ ਸੀ। ਉਸ ਤੋਂ ਬਾਅਦ ਫਿਰ ਮੈਂ ਮਲੇਸ਼ੀਆ, ਸਿੰਗਾਪੁਰ ਇੱਦਾਂ ਮੈਂ ਦੌਰੇ ਕਰਦਾ ਰਿਹਾ। ਪਰ 2006 ਤੋਂ ਲਗਾਤਾਰ ਮੈਂ ਆਪਣਾ ਸੈਂਟਰ ਡਾਕਟਰ ਕਮਲ ਬਾਇਓਮੈਗਨੈਟਿਕ ਹੋਲਿਸਟਿਕ ਹੈਲਥ ਸੈਂਟਰ ਪਤਾਇਆ ਔਰ ਬੈਂਕਾਕ 'ਚ ਚਲਾ ਰਿਹਾ। ਡਾਕਟਰ ਸਾਹਿਬ, ਕਾਫੀ ਜਿਹੜਾ ਹੈ ਤੁਹਾਡਾ ਉੱਥੇ ਨਾਮ ਹੈ, ਕਿਉਂਕਿ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਵਧੀਆ ਤਰੀਕੇ ਨਾਲ ਬਣਿਆ ਹੋਇਆ। ਲੇਕਿਨ ਮੁੜ ਖੰਨੇ ਹੀ ਕਿਉਂ ਦੁਆਰ 'ਚ? ਬਹੁਤ ਵਧੀਆ ਗੱਲ। ਐਕਚੁਅਲੀ ਮੇਰੇ ਮਨ 'ਚ ਇੱਕ ਗੱਲ ਸੀ ਕਿ ਜਿਨ੍ਹਾਂ ਇਨਸਾਨਾਂ ਦੀ, ਜਿਨ੍ਹਾਂ ਲੋਕਾਂ ਦੀਆਂ ਦੁਆਵਾਂ ਲੈ ਕੇ ਮੈਂ ਇਸ ਮੁਕਾਮ ਤੱਕ ਪਹੁੰਚਿਆ, ਮੈਂ ਉਹਨਾਂ ਨੂੰ ਕੁਝ ਵਾਪਸ ਦੇ ਸਕਾਂ। ਜਿਸ ਤਰ੍ਹਾਂ ਕਿਸੇ ਨੇ ਕਿਹਾ ਹੈ ਕਿ ਵੀ ਗਿਵਿੰਗ ਇਜ਼ ਦਾ ਬੈਰੋਮੀਟਰ ਆਫ ਆਵਰ ਲਵ, ਵੈਨ ਵੀ ਸੀਜ਼ ਟੂ ਗਿਵ ਵੀ ਆਰ ਡੈਡ। ਦੇਣਾ ਹੀ ਜ਼ਿੰਦਗੀ ਹੈ। ਤਾਂ ਮੈਂ ਸੋਚਿਆ ਵੀ ਮੈਂ ਆਪਣੀਆਂ ਸੇਵਾਵਾਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਦੇ ਕੇ ਇੱਕ ਖੁਸ਼ਹਾਲ ਨਿਰੋਗ ਸਮਾਜ ਦੀ ਸਿਰਜਣਾ ਕਰਨ 'ਚ ਆਪਣਾ ਯੋਗਦਾਨ ਪਾ ਸਕਾਂ। ਡਾਕਟਰ ਸਾਹਿਬ, ਇੱਕ ਪਾਸੇ MBBS, MD, ਬੜੇ ਡਾਕਟਰ, ਬੜੀਆਂ ਪੜ੍ਹਾਈਆਂ, ਕਰੋੜਾਂ ਰੁਪਏ ਪੜ੍ਹਾਈਆਂ ਦੇ ਉੱਪਰ ਖਰਚ ਹੁੰਦੇ ਨੇ। ਦੂਸਰੇ ਪਾਸੇ ਚੁੰਬਕੀਆ ਇੱਕ ਮਸ਼ੀਨ। ਮੈਨੂੰ ਸਭ ਇਕੱਲੀ ਚੁੰਬਕੀ ਇੱਕ ਮਸ਼ੀਨ ਨਹੀਂ ਜੀ, ਇਹਦੇ 'ਚ ਕਾਫੀ ਇਨਵੈਸਟਮੈਂਟ ਹੁੰਦੀ ਹੈ। ਆਧੁਨਿਕ ਮਸ਼ੀਨ ਹੈ। ਮੈਂ MD ਕੀਤੀ ਅਤੇ ਉਹਦੇ 'ਚ ਖਰਚ ਹੋਇਆ। ਉਸ ਤੋਂ ਬਾਅਦ ਮੈਂ ਆਪਣੀ ਡਾਕਟਰੇਟ ਕੀਤੀ। ਮਤਲਬ ਕੀ ਹੈ ਕਿ ਲੋਕ ਇਸ ਚੀਜ਼ ਨੂੰ ਬੜਾ ਲਾਈਟਲੀ ਲੈ ਲੈਂਦੇ ਨੇ। ਮੈਂ ਜੋ ਦੂਸਰੇ ਐਲੋਪੈਥਿਕ ਡਾਕਟਰ ਉਹਨਾਂ ਦੀ ਦਿਲੋਂ ਰਿਸਪੈਕਟ ਕਰਦਾ, ਕਿਉਂਕਿ ਐਲੋਪੈਥੀ ਇੱਕ ਬਹੁਤ ਹੀ ਕਾਰਗਰ ਥੈਰੇਪੀ ਹੈ
ਜਿਹਦੇ ਰਾਹੀਂ ਮਤਲਬ ਕਿ ਇਨ ਕੇਸ ਆਫ ਐਮਰਜੈਂਸੀ ਜਾਂ ਸਰਜਰੀ ਦੇ ਉਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਅਤੇ ਉਹਦਾ ਦਿਲੋਂ ਰਿਗਾਰਡ ਹੈ। ਪਰ ਆਮ ਪਬਲਿਕ ਵਾਸਤੇ ਮੈਂ ਇੱਕ ਮੈਸੇਜ ਦਿੰਦਾ ਕਿ ਜਦੋਂ ਤੁਸੀਂ ਬਿਨਾਂ ਵਜ੍ਹਾ ਤੋਂ ਕੋਈ ਵੀ ਮੈਡੀਸਨ ਖਾਂਦੇ ਹੋ ਤਾਂ ਤੁਹਾਨੂੰ 2 ਵਾਰ ਰਿਕਵਰੀ ਕਰਨੀ ਪੈਂਦੀ ਹੈ। ਪਹਿਲੀ ਵਾਰ ਬਿਮਾਰੀ ਤੋਂ, ਦੂਜੀ ਵਾਰ ਦਵਾਈਆਂ ਦੇ ਸਾਈਡ ਇਫੈਕਟ ਤੋਂ, ਕਿਉਂਕਿ ਲੋਕਾਂ ਨੂੰ ਜਾਣਕਾਰੀ ਦੀ ਥੋੜ੍ਹੀ ਘਾਟ ਹੈ। ਅਤੇ ਮੇਰੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਅਸੀਂ ਜਾਣਕਾਰੀ ਦੇ ਕੇ ਇੱਕ ਵਧੀਆ ਸਿਹਤਮੰਦ ਇਨਸਾਨ ਬਣਾਉਣ 'ਚ ਆਪਣਾ ਯੋਗਦਾਨ ਪਾ ਸਕੀਏ। ਡਾਕਟਰ ਸਾਹਿਬ, ਕਦੇ ਕੋਈ ਐਸਾ ਵੀ ਹੋਇਆ ਵੀ ਆਪਸ 'ਚ ਡਾਕਟਰਾਂ ਦੀ ਕਦੇ ਹੋਈ ਹੋਵੇ ਵੀ ਜਿਹੜਾ ਹੈ ਇਹ ਤੁਹਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਜਾਂ ਹੋਰ ਹੈ ਵੀ ਇਹ ਸਹੀ ਨਹੀਂ ਹੈ? ਦੇਖੋ ਜੀ, ਇਹ ਹਾਲ ਤੱਕ ਤਾਂ ਇਸ ਤਰ੍ਹਾਂ ਕਿ ਵੀ ਸਾਰੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਨੇ। ਕਦੀ ਕਿਸੇ ਨੇ ਕੋਈ ਇੱਦਾਂ ਦਾ ਸਵਾਲ ਨਹੀਂ ਉਠਾਇਆ, ਕਦੀ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ, ਕਿਉਂਕਿ ਮੇਰਾ ਕਿਸੇ ਨਾਲ ਕੰਟਰਾਡਿਕਸ਼ਨ ਨਹੀਂ ਹੈ। ਜਦੋਂ ਕੋਈ ਪੇਸ਼ੈਂਟ ਆਉਂਦਾ ਮੈਂ ਕਦੇ ਉਸ ਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੀਆਂ ਦਵਾਈਆਂ ਬੰਦ ਕਰ ਦਿਓ। ਦਵਾਈਆਂ ਤੁਸੀਂ ਰੈਗੂਲਰ ਰੱਖੋ। ਜਦੋਂ ਦਵਾਈ ਤੁਹਾਨੂੰ ਲੱਗਦਾ ਕਿ ਤੁਹਾਡੀ ਬੋਡੀ ਪਹਿਲਾਂ ਨਾਲੋਂ ਠੀਕ ਹੋ ਰਹੀ ਹੈ, ਡਾਕਟਰ ਸਾਹਿਬ ਦੀ ਸਲਾਹ ਦੇ ਨਾਲ, ਉਹਨਾਂ ਦੀ ਸਲਾਹ ਮਸ਼ਵਰੇ ਦੇ ਨਾਲ ਜਿੱਦਾਂ ਤੁਹਾਨੂੰ ਕਹਿਣਗੇ ਤੁਸੀਂ ਦਵਾਈ ਹੌਲੀ ਹੌਲੀ ਘੱਟ ਕਰਦੇ ਜਾ ਸਕਦੇ ਹੋ। ਪਰ ਮੇਰੇ ਕਹਿਣ 'ਤੇ ਤੁਸੀਂ ਦਵਾਈ ਬੰਦ ਨਹੀਂ ਕਰਨੀ, ਨਾ ਹੀ ਮੈਂ ਕਿਸੇ ਨੂੰ ਦਵਾਈ ਬੰਦ ਕਰਨ ਲਈ ਕਹਿੰਦਾ ਹਾਂ। ਡਾਕਟਰ ਸਾਹਿਬ, ਚੁੰਬਕੀਆ ਇਲਾਜ ਹੈ ਕੀ? ਕਿਵੇਂ ਇਹ ਵਰਤਿਆ ਜਾਂਦਾ ਹੈ? ਕੀ ਹੈ ਇਹਦੀ, ਕੀ ਥੈਰੇਪੀ ਕੀ ਹੈ? ਐਕਚੁਅਲੀ ਅਥਰਵਵੇਦ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਹੈ ਕਿ ਜਦੋਂ ਆਪਣੇ ਪੁਰਾਣੇ ਉਸ ਸਮੇਂ ਦੇ ਲੋਕ ਲੜਾਈਆਂ ਕਰਦੇ ਸੀ, ਸਾਡੇ ਜਿਹੜੇ ਆਪਣੇ ਆਰਮੀ ਦੇ ਜਵਾਨ ਜ਼ਖਮੀ ਹੋ ਜਾਂਦੇ ਸੀ, ਉਹਨਾਂ ਦੇ ਖੂਨ ਵਗਦਾ ਸੀ, ਤਾਂ ਉਹ ਧਰਤੀ ਤੋਂ ਮਿੱਟੀ ਚੱਕ ਕੇ ਉਹ ਜ਼ਖਮ 'ਤੇ ਲਾ ਲੈਂਦੇ ਸੀ ਅਤੇ ਖੂਨ ਬੰਦ ਹੋ ਜਾਂਦਾ ਸੀ। ਕਿਉਂਕਿ ਧਰਤੀ ਵੀ ਸਾਡਾ ਇੱਕ ਬਹੁਤ ਬੜਾ ਮੈਗਨੇਟ ਹੈ। ਆਪਣੇ ਹਰ ਇੱਕ ਦੇ ਖੂਨ ਦੇ ਵਿੱਚ 4 ਤੋਂ 5 ਗ੍ਰਾਮ ਤੱਕ ਲੋਹੇ ਦੀ ਮਾਤਰਾ ਹੁੰਦੀ ਹੈ। ਮੈਗਨੇਟ ਲੋਹੇ ਨੂੰ ਆਪਣੇ ਵਾਲੇ ਪਾਸੇ ਅਟਰੈਕਟ ਕਰਦਾ ਹੈ। ਇਸ ਅਟਰੈਕਸ਼ਨ ਦੇ ਨਾਲ ਖੂਨ ਦਾ ਸਰਕੂਲੇਸ਼ਨ ਲੰਗਸ ਤੋਂ ਪੂਰੀ ਬੋਡੀ ਤੱਕ ਆਰਾਮ ਨਾਲ ਪਹੁੰਚ ਜਾਂਦਾ ਹੈ। ਇੱਕ ਕੁਦਰਤੀ ਇਲਾਜ ਪ੍ਰਣਾਲੀ ਹੈ। ਇਸ ਦੇ ਨਾਲ ਨਾਲ ਅਸੀਂ ਨਿਊਰੋ ਐਕੂਪ੍ਰੈਸ਼ਰ ਕਰਦੇ ਹਾਂ, ਕਿਉਂਕਿ ਸਾਡੇ ਸਾਰੇ ਆਰਗਨ ਹੱਥਾਂ ਅਤੇ ਪੈਰਾਂ 'ਤੇ ਦਿਖਾਏ ਗਏ ਨੇ। ਰਿਫਲੈਕਸ਼ਨ ਪੁਆਇੰਟ ਜੋ ਹੈ, ਜਦੋਂ ਅਸੀਂ ਉਹਨਾਂ ਪੁਆਇੰਟਸ ਨੂੰ ਦਬਾਉਂਦੇ ਹਾਂ, ਐਕੂਪ੍ਰੈਸ਼ਰ 3 ਤਰੀਕੇ ਨਾਲ ਕੰਮ ਕਰਦਾ ਹੈ। ਪੁਆਇੰਟ ਪ੍ਰੈਸ ਕਰਕੇ ਅਸੀਂ ਆਪਣੀ ਬਿਮਾਰੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ, ਤਾਂ ਫਿਰ ਅਸੀਂ ਪੁਆਇੰਟ ਨੂੰ ਰੈਗੂਲਰ ਪ੍ਰੈਸ ਕਰਕੇ ਕਿਉਰ ਕਰ ਸਕਦੇ ਹਾਂ। ਆਉਣ ਵਾਲੇ ਸਮੇਂ 'ਚ ਅਸੀਂ ਅਗਰ ਉਹਨੂੰ ਪ੍ਰੈਕਟਿਸ ਕਰਦੇ ਰਹੀਏ ਤਾਂ ਪ੍ਰੀਵੈਂਟ ਵੀ ਕਰ ਸਕਦੇ ਹਾਂ। ਹੁਣ ਪੁਰਾਣੇ ਦੇ ਲੋਕ ਦੇਖੋ ਕਿਉਂ ਤੰਦਰੁਸਤ ਰਹਿੰਦੇ ਸੀ। ਪੁਰਾਣੇ ਜ਼ਮਾਨੇ ਦੇ ਲੋਕ ਨੰਗੇ ਪੈਰ ਚੱਲਦੇ ਸੀ। ਧਰਤੀ ਦੇ ਨੰਗੇ ਪੈਰ ਚੱਲਣ ਨਾਲ ਉਹਨਾਂ ਨੂੰ ਮੈਗਨੈਟਿਕ ਫੀਲਡ ਮਿਲ ਜਾਂਦਾ ਸੀ, ਚੁੰਬਕੀ ਸ਼ਕਤੀ ਮਿਲ ਜਾਂਦੀ ਸੀ ਧਰਤੀ ਤੋਂ ਕੁਦਰਤੀ ਰੂਪ 'ਚ। ਪਲੱਸ ਕਦੇ ਛੋਟਾ ਪੱਥਰ ਕਦੇ ਵੱਡਾ ਪੱਥਰ ਉਹਨਾਂ ਦੇ ਪੈਰਾਂ ਥੱਲੇ ਆਉਂਦਾ ਸੀ ਅਤੇ ਆਟੋਮੈਟਿਕਲੀ ਉਹਨਾਂ ਨੂੰ ਐਕੂਪ੍ਰੈਸ਼ਰ ਵੀ ਮਿਲ ਜਾਂਦਾ ਸੀ। ਅਤੇ ਹੁਣ ਅੱਜ ਕੱਲ੍ਹ ਕੀ ਅਸੀਂ ਜਿੰਨਾ ਕੁਦਰਤ ਤੋਂ ਦੂਰ ਜਾ ਰਹੇ ਹਾਂ, ਉਹਨਾਂ ਬਿਮਾਰੀ ਦੇ ਨੇੜੇ ਆ ਰਹੇ ਹਾਂ। ਅੱਜ ਕੱਲ੍ਹ ਅਸੀਂ ਮਲਟੀ ਸਟੋਰੀ ਬਿਲਡਿੰਗ 'ਚ ਰਹਿੰਦੇ ਹਾਂ, ਹਰ ਜਗ੍ਹਾ ਕਾਰਪੇਟ ਲੱਗੇ ਹੋਏ ਨੇ ਅਤੇ ਸ਼ੂਜ਼ ਅਸੀਂ ਹਮੇਸ਼ਾ ਪਾ ਕੇ ਰੱਖਦੇ ਹਾਂ। ਤਾਂ ਸਾਡਾ ਕੁਦਰਤ ਨਾਲੋਂ ਸੰਪਰਕ ਟੁੱਟਦਾ ਜਾ ਰਿਹਾ ਔਰ ਬਿਮਾਰੀ ਨਾਲ ਸੰਪਰਕ ਜੁੜਦਾ ਜਾ ਰਿਹਾ। ਜਿਵੇਂ ਤੁਸੀਂ ਚੁੰਬਕੀ ਇਲਾਜ ਹੈ, ਕਿਵੇਂ ਲੱਗਦਾ ਪਤਾ ਵੀ ਜਿਹੜੀਆਂ ਬੰਦੇ ਨੂੰ ਕਿਹੜੀ ਬਿਮਾਰੀ ਹੈ? ਕਿਵੇਂ ਟੈਸਟ ਹੁੰਦੇ ਨੇ? ਕਿਹੜੇ ਟੈਸਟ ਹੁੰਦੇ ਨੇ ਉਹ? ਇਹਦੇ ਲਈ ਮੈਂ ਦੱਸਾਂ ਕਿ ਆਪਣੇ ਕੋਲ ਇੱਕ ਸਿਸਟਮ ਹੈ ਜਿਸ ਨੂੰ ਕਹਿੰਦੇ ਨੇ ਕੁਆਂਟਮ ਰੈਸੋਨੈਂਸ ਮੈਗਨੈਟਿਕ ਐਨਾਲਾਈਜ਼ਰ। ਜਿਹੜੀ ਕੁਆਂਟਮ ਇੱਕ ਜਿੱਦਾਂ ਹੁੰਦੇ ਗੂੰਜ, ਜਿੱਦਾਂ ਅੱਜ ਕੱਲ੍ਹ ਨਵੀਂ ਪ੍ਰਣਾਲੀ ਹੈ ਆਪਣੇ ਟੈਸਟ ਕਰਨ ਵਾਸਤੇ ਹੈ MRI, ਮੈਗਨੈਟਿਕ ਰੈਸੋਨੈਂਸ ਹੀਲਿੰਗ। ਇਸ ਤਰ੍ਹਾਂ ਇਹ ਹੈ ਕੁਆਂਟਮ ਰੈਸੋਨੈਂਸ ਮੈਗਨੈਟਿਕ ਐਨਾਲਾਈਜ਼ਰ। ਇਹਦੇ ਨਾਲ ਤੁਸੀਂ ਸੈਂਸਰ ਆਪਣੇ ਹੱਥ ਵਿੱਚ ਪਕੜਨਾ, ਤਾਂ ਉਸਨੇ ਤੁਹਾਡੀ ਪੂਰੀ ਬੋਡੀ ਨੂੰ ਵੀਕ ਸਿਗਨਲ ਪਿਕਅਪ ਕਰਨੇ ਨੇ। ਤਾਂ ਤੁਹਾਡੀ ਗੁੱਡ ਹੈਲਥ, ਸਬ ਹੈਲਥ ਔਰ ਬੈਡ ਹੈਲਥ ਉਹ ਸਭ ਸਕਰੀਨ 'ਤੇ ਆ ਜਾਂਦੇ ਨੇ ਔਰ ਕੋਈ ਡਾਊਟ ਨਹੀਂ ਹੁੰਦਾ, ਕਿਉਂਕਿ ਜਿਹੜੇ ਪੇਸ਼ੈਂਟ ਨੇ ਉਹ ਆਪਣੀ ਰਿਪੋਰਟ ਖੁਦ ਸਕਰੀਨ 'ਤੇ ਦੇ ਸਕਦੇ ਨੇ ਕਿ ਉਹਨਾਂ ਵਿੱਚ ਕੀ ਘੱਟ ਹੈ, ਕੀ ਵੱਧ ਹੈ, ਉਹ ਕਿੱਥੇ ਉਹਨਾਂ ਨੂੰ ਆਪਣੀ ਇੰਪਰੂਵਮੈਂਟ ਕਰਨ ਦੀ ਲੋੜ ਹੈ। ਅਤੇ ਉਹਨਾਂ ਨੂੰ ਮੈਂ ਨਾਲ ਐਕਸਪਰਟ ਐਡਵਾਈਸ ਦਿੰਦਾ ਕਿ ਤੁਸੀਂ ਆਪਣਾ ਥੈਰੇਪਿਟਿਕ ਲਾਈਫ ਸਟਾਈਲ ਕਿਵੇਂ ਚੇਂਜ ਕਰਨਾ ਹੈ ਆਪਣੀ ਲਾਈਫ ਨੂੰ ਹੋਰ ਬਿਹਤਰ ਬਣਾਉਣ ਲਈ। ਜਿਵੇਂ ਜਿਹੜਾ ਤੁਸੀਂ ਟੈਸਟ ਦੀ ਗੱਲ ਕੀਤੀ ਹੈ ਕਿ 1 ਟਾਈਮ ਜਿਹੜਾ ਹੈ ਟੈਸਟ। ਸੋ ਦੋਸਤੋ, ਅਸੀਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਟੈਸਟ ਨੇ, ਹਾਂਜੀ, ਟੈਸਟ ਤੋਂ ਬਾਅਦ ਫਿਰ ਤੁਸੀਂ ਕਿਵੇਂ ਇਲਾਜ ਕਰਦੇ ਹੋ? ਉਹ ਟੈਸਟ ਦੀ ਕਿਵੇਂ ਰਿਪੋਰਟ ਜਿਹੜੀ ਹੈ ਤੁਸੀਂ ਪਬਲਿਕ ਨੂੰ ਦਿੰਦੇ ਹੋ? ਉਹ ਰਿਪੋਰਟ ਮੈਂ ਆ ਕੇ ਇੱਥੇ ਹੁਣ ਇੱਕ ਹੋਰ ਜਿਵੇਂ ਸਾਰੀ ਪੰਜਾਬੀ 'ਚ ਮੈਂ ਟਰਾਂਸਲੇਟ ਕੀਤੀ ਹੈ, ਜਿਹੜੀ ਮੇਰੀ ਐਕਸਪਰਟ ਐਡਵਾਈਸ ਹੈ। ਕਿਉਂਕਿ ਜੋ ਇੱਕ ਐਕਸਪਰਟ ਦਾ ਸਲਾਹ ਮਸ਼ਵਰਾ ਹੈ, ਉਹ ਸਾਰੇ ਪੁਆਇੰਟ ਜਿਵੇਂ ਤੁਸੀਂ ਜਾਣਦੇ ਹੋ, ਤੁਹਾਨੂੰ ਮੈਂ ਦਿੱਤੇ ਸੀ ਬਣਾ ਕੇ, ਉਹ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ, ਕੀ ਖਾਣਾ ਕੀ ਨਹੀਂ ਖਾਣਾ। ਕਈ ਵਾਰ ਦੇਖਣ ਨੂੰ ਅਸੀਂ ਬੜੇ ਹੈਲਦੀ ਲੱਗਦੇ ਹਾਂ, ਪਰ ਸਾਡੇ ਵਿੱਚ ਕਈ ਚੀਜ਼ਾਂ ਦੀ ਕਮੀ ਹੁੰਦੀ ਹੈ, ਕਈ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ, ਕਿਤੇ ਸਾਨੂੰ ਲਾਈਫ ਸਟਾਈਲ ਚੇਂਜ ਕਰਨ ਦੀ ਲੋੜ ਹੁੰਦੀ ਹੈ। ਉਹ ਸਾਰੀਆਂ ਹਦਾਇਤਾਂ ਉਹਦੇ ਵਿੱਚ ਲਿਖੀਆਂ ਹੋਈਆਂ ਨੇ। ਤੁਸੀਂ ਅਗਰ ਉਸ ਨੂੰ ਸੀਰੀਅਸਲੀ ਫੋਲੋ ਕਰਦੇ ਹੋ ਤਾਂ ਮੇਰੀ ਗਰੰਟੀ ਹੈ ਕਿ 3 ਮਹੀਨੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੀ ਸਿਹਤ ਦੇ ਵਿੱਚ ਇੱਕ ਵਧੀਆ ਨਿਖਾਰ ਆਏਗਾ। ਡਾਕਟਰ ਸਾਹਿਬ, ਟੈਸਟ ਜਿਹੜੇ ਹੈ, ਟੈਸਟ ਤੋਂ ਬਾਅਦ ਤੁਸੀਂ ਕੋਈ ਮੈਡੀਸਨ ਦਿੰਦੇ ਹੋ ਜਾਂ ਕਿਵੇਂ ਜਿਹੜਾ ਹੈ ਇਲਾਜ ਕਿਵੇਂ ਕੀਤਾ ਜਾਂਦਾ ਫਿਰ ਇਸ ਚੀਜ਼ ਦਾ? ਨਹੀਂ, ਮੈਂ ਮੈਡੀਸਨ ਆਪਣੇ ਵੱਲੋਂ ਕੋਈ ਨਹੀਂ ਦਿੰਦਾ। ਮੈਂ ਉਹਨੂੰ ਸਿਰਫ ਸਪਲੀਮੈਂਟਸ ਰਿਕਮੈਂਡ ਕਰਦਾ। ਮੰਨ ਲਓ ਕਿਸੇ ਨੂੰ ਕੋਈ ਵਿਟਾਮਿਨ ਦੀ ਡੈਫੀਸ਼ੀਐਂਸੀ ਹੈ, ਕਿਸੇ ਨੂੰ ਅਮੀਨੋ ਐਸਿਡਸ, ਐਂਜ਼ਾਈਮਸ ਦੀ ਡੈਫੀਸ਼ੀਐਂਸੀ ਹੈ, ਉਹ ਮੈਂ ਰਿਕਮੈਂਡ ਕਰਦਾ ਤੁਸੀਂ ਜਿੱਥੋਂ ਮਰਜ਼ੀ ਲਓ। ਇਹ ਨਹੀਂ ਕਿ ਇਸੇ ਦੁਕਾਨ ਤੋਂ ਲੈਣੇ ਆ, ਇਸੇ ਫਾਰਮੇਸੀ ਤੋਂ ਲੈਣੇ ਨੇ।
ਇਸ ਤੋਂ ਇਲਾਵਾ ਆਪਣੇ ਕੋਲੇ ਸਾਰੀਆਂ ਵਿਦੇਸ਼ੀ ਆਧੁਨਿਕ ਮਸ਼ੀਨਾਂ ਨੇ ਜਿਹਦੇ ਨਾਲ ਆਪਾਂ ਟਰੀਟ ਕਰਦੇ ਹਾਂ। ਅਤੇ ਜਿੱਦਾਂ ਅਲਟਰਾਸਾਊਂਡ ਮਸ਼ੀਨ ਹੋ ਗਈ, ਲੇਜ਼ਰ ਥੈਰੇਪੀ ਹੋ ਗਈ, ਮੈਗਨੈਟਿਕ ਮਸਾਜਰ ਹੋ ਗਏ, ਬਲੱਡ ਸਰਕੂਲੇਸ਼ਨ ਮਸ਼ੀਨ ਹੋ ਗਈ, ਫੂਡ ਡੀਟੌਕਸ ਸਪਾ ਹੋ ਗਿਆ। ਕਿਉਂਕਿ 90% ਡਿਜ਼ੀਜ਼ ਐਂਡ ਡਿਸਕੰਫਰਟ ਸਾਡੀ ਬੋਡੀ 'ਚ ਗੰਦਮੰਦ ਹੋਣ ਕਰਕੇ ਹੁੰਦੇ ਨੇ। ਅਸੀਂ ਬਾਹਰ ਕਿਤੇ ਗਏ, ਆ ਕੇ ਘਰ ਸ਼ਾਵਰ ਲੈ ਲਿਆ, ਬੋਡੀ ਸਾਫ਼ ਕਰ ਲਈ, ਅਤੇ ਅਸੀਂ ਆਪਣੇ ਪੂਜਾ ਪਾਠ ਕੀਤਾ ਤਾਂ ਅਸੀਂ ਸੋਚਦੇ ਕਿ ਅਸੀਂ ਆਪਣਾ ਮਨ ਵੀ ਸਾਫ਼ ਕਰ ਲਿਆ, ਪਰ ਸਾਡੇ ਅੰਦਰਲੇ ਔਰਗਨ ਕਦੇ ਸਾਫ਼ ਨਹੀਂ ਹੁੰਦੇ, ਜਿਸ ਕਰਕੇ ਬਿਮਾਰੀਆਂ ਪੈਦਾ ਹੁੰਦੀਆਂ ਨੇ। ਤਾਂ ਉਹ ਸਾਰੇ ਚੀਜ਼ਾਂ ਅਸੀਂ ਇੱਥੇ ਖਿਆਲ ਰੱਖਦੇ ਹਾਂ। ਇਸ ਤੋਂ ਇਲਾਵਾ ਇੱਕ ਨਵੀਂ ਚੀਜ਼ ਅਸੀਂ ਜੋ ਇੰਟਰੋਡਿਊਸ ਕੀਤੀ ਹੈ, ਇਹ ਅਮਰੀਕਨ ਟੈਕਨੋਲੋਜੀ ਹੈ। ਇਹ ਹੈ AFT, ਕੁਆਂਟਮ ਹੀਲਿੰਗ ਐਨਰਜੀ। ਮੈਂ ਹੁਣੇ ਜੋ ਪ੍ਰੈਕਟੀਕਲ ਕਰਕੇ ਦਿਖਾਇਆ ਸੀ, ਉਹ ਆਪਣੇ ਹਿਊਮਨ ਮੈਟਾਬੋਲਿਜ਼ਮ ਦੇ ਉੱਤੇ ਕੰਮ ਕਰਦੀ ਹੈ, ਬਲੱਡ ਦੇ ਉੱਤੇ ਕੰਮ ਕਰਦੀ ਹੈ। ਅਗਰ ਤੁਹਾਨੂੰ ਕੋਈ ਪੇਨ ਦੀ ਪ੍ਰੋਬਲਮ ਹੈ, ਸਟ੍ਰੈਸ ਹੈ, ਐਂਜ਼ਾਈਟੀ ਹੈ, ਸਲੀਪ ਦੀ ਪ੍ਰੋਬਲਮ ਹੈ, ਜਾਂ ਕੋਈ ਕਿਸੇ ਕਿਸਮ ਦੀ ਤੁਹਾਨੂੰ ਡਿਸਆਰਡਰ ਹੈ ਬੋਡੀ ਦੇ ਵਿੱਚ, ਉਸ ਨੂੰ ਠੀਕ ਕਰਨ 'ਚ ਉਹ ਹੈਲਪ ਕਰਦੀ ਹੈ। ਖਾਲੀ ਬਿਨਾਂ ਟੱਚ ਕੀਤਿਆਂ ਉਸ ਨੂੰ ਉਸ ਪੇਸ਼ੈਂਟ ਦੇ ਉਸ ਔਰਗਨ ਦੇ ਉੱਤੇ ਘੁਮਾਉਣਾ ਹੁੰਦਾ ਤਾਂ ਕਿ ਉੱਥੇ ਐਨਰਜੀ ਲੈਵਲ ਕ੍ਰੀਏਟ ਹੋਵੇ, ਵਧੇ, ਤੁਹਾਡੇ ਚੱਕਰਸ ਹੈ ਉਹਨਾਂ ਨੂੰ ਬੈਲੈਂਸ ਕੀਤਾ ਜਾਂਦਾ। ਡਾਕਟਰ ਸਾਹਿਬ ਕਿਹੜੀ ਚੀਜ਼ ਆ ਉਹ ਜਿਹੜੀ ਆਪਾਂ ਕਿਸੇ ਚੀਜ਼ ਤੇ ਘੁਮਾਉਂਦੇ ਹਾਂ? ਇਹ ਦੇਖਣ ਨੂੰ ਇੱਕ ਆਮ ਪੈਨ ਲੱਗਦਾ ਹੈ, ਪਰ ਇਹ ਪੈਨ ਨਹੀਂ ਹੈ। ਇਹਦੇ 'ਚ ਕੋਈ ਰਿਫਲ ਨਹੀਂ ਹੈ ਲਿਖਣ ਵਾਸਤੇ। ਇਹਦੇ ਵਿੱਚ 14 ਮਿਨਰਲਸ, ਮੈਂ ਫਿਰ ਕਹਾਂਗਾ ਕਿ 14 ਮਿਨਰਲ ਟੈਕਨੀਕਲੀ ਚਾਰਜ ਕਰਕੇ ਲੌਕ ਕੀਤੇ ਗਏ ਨੇ, ਔਰ ਇਸ ਤੋਂ ਬਾਅਦ ਇਸ ਨੂੰ 21 ਘੰਟੇ ਵਾਸਤੇ AFT ਚੈਂਬਰ ਦੇ ਵਿੱਚ ਰੱਖਿਆ ਗਿਆ। AFT ਜਿਹੜੀ ਇਹ ਕੰਪਨੀ ਹੈ, ਉਹਨਾਂ ਦੀ ਪੇਟੈਂਟ ਹੈ ਇਹ ਟੈਕਨੋਲੋਜੀ। ਜਿੱਦਾਂ ਕਿ ਅਸੀਂ ਰੌਕਟ ਉੱਪਰ ਭੇਜਦੇ ਹਾਂ, ਉਹਦਾ ਸਹੀ ਟਾਈਮ ਨਿਸ਼ਚਿਤ ਕੀਤਾ ਜਾਂਦਾ ਹੈ, ਇੰਨੇ ਵੱਜ ਕੇ ਇੰਨੇ ਮਿੰਟ, ਇੰਨੇ ਸੈਕਿੰਡ, ਇੰਨੇ ਮਾਈਕਰੋ ਸੈਕਿੰਡ 'ਤੇ। ਉਹਦੇ 'ਚ ਕੋਈ ਟੈਂਟੇਟਿਵ ਨਹੀਂ ਹੁੰਦਾ ਕਿ ਇੰਨੇ ਕੁ ਵਜੇ। ਇਸੇ ਤਰੀਕੇ ਨਾਲ ਇਹ ਜੋ ਥੈਰੇਪੀ ਹੈ, ਇਹਦੀ ਐਕੂਰੇਸੀ ਹੈ, ਇਹ ਐਕੂਰੇਸੀ 'ਤੇ ਕੰਮ ਕਰਦੀ ਹੈ। ਹੁਣ ਜੇ ਆਪਾਂ ਆਪਣੀ ਬੋਡੀ ਨੂੰ ਲੈ ਲਈਏ, ਬੋਡੀ ਦੇ ਔਰਗਨ ਨੂੰ ਲਈਏ, ਆਪਣੀ ਉਂਗਲ ਲੈ ਲਈਏ, ਉਂਗਲ ਨੂੰ ਅਗਰ ਆਪਾਂ ਫਿਰ ਅੱਗੇ ਡੀਪ ਜਾਂਦੇ ਹਾਂ, ਇਹ ਸੈੱਲ ਤੋਂ ਅੱਗੇ ਡੀਪ ਜਾਂਦੇ ਆ ਤਾਂ ਉਹਦੇ ਇਲੈਕਟ੍ਰੋਨ, ਪ੍ਰੋਟੋਨ, ਐਟਮ ਹੋ ਗਿਆ। ਤਾਂ ਇਸ ਤਰੀਕੇ ਨਾਲ ਇਹਨੇ ਉੱਥੇ ਕੰਮ ਕਰਨਾ। ਡਾਕਟਰ ਸਾਹਿਬ ਜਿਹੜਾ ਤੁਹਾਡਾ ਇਹ ਸਿਸਟਮ ਹੈ, ਕਿੰਨਾ ਕੁ ਹੈ ਕੋਸਟਲੀ, ਕਿੰਨਾ ਕੁ ਹੈ, ਕੀ ਪਬਲਿਕ ਅਫੋਰਡ ਕਰ ਸਕਦੀ, ਆਮ ਪਬਲਿਕ? ਬਹੁਤ ਹੀ ਵਧੀਆ ਕੁਐਸਚਨ ਤੁਸੀਂ ਪੁੱਛਿਆ। ਐਕਚੁਅਲੀ ਮੈਂ ਜਿੱਦਾਂ ਕਿਹਾ ਕਿ ਮੈਂ ਸੇਵਾ ਭਾਵਨਾ ਦੇ ਨਾਲ ਇੱਥੇ ਆਇਆ। ਮੈਂ ਇੱਥੇ ਆਪਣੇ ਚਾਰਜਸ ਬਹੁਤ ਹੀ ਮਾਈਲਡ ਰੱਖੇ ਨੇ ਤਾਂ ਕਿ ਕੋਈ ਵੀ ਬੰਦਾ ਫੀਸ ਦੀ ਕਰਕੇ ਮੇਰੇ ਇਲਾਜ ਤੋਂ ਵਾਂਝਾ ਨਾ ਰਹਿ ਸਕੇ। ਜਿਹੜੇ ਟੈਸਟ ਨੇ, ਜਿਵੇਂ ਤੁਸੀਂ ਦੱਸਿਆ ਕਿ ਮਸ਼ੀਨ ਜਰਮਨ ਤੋਂ ਮਸ਼ੀਨ ਹੈ ਜਿਹੜੀ ਵਨ ਟਾਈਮ ਥੰਬਸ ਦੇ ਨਾਲ ਤੁਹਾਡਾ ਪੂਰਾ ਬੋਡੀ ਕੰਟ ਕਰਦੀ ਹੈ, ਉਹਦਾ ਕਿੰਨਾ ਕੁ ਖਰਚਾ ਆਉਂਦਾ? ਉਹਦਾ ਜਿਹੜੇ ਆਪਾਂ 1 ਮਿੰਟ 'ਚ ਪੂਰੀ ਬੋਡੀ ਟੈਸਟ ਕਰਦੇ ਹਾਂ, 45 ਪੈਰਾਮੀਟਰ ਟੈਸਟ ਕਰਦੇ ਹਾਂ, ਅਤੇ ਉਹਦੀ ਨਾਲ ਰਿਪੋਰਟ ਦਿੰਦੇ ਹਾਂ। ਤਕਰੀਬਨ 12 ਪੇਜ ਦੀ ਰਿਪੋਰਟ ਹੈ ਉਹ। ਤਾਂ ਉਹਦਾ ਆਪਾਂ 2500 ਇੰਡੀਅਨ ਰੁਪੀਜ਼ ਚਾਰਜ ਕਰਦੇ ਹਾਂ। ਡਾਕਟਰ ਸਾਹਿਬ ਚਲੋ ਗੱਲ ਇਹ ਹੈ ਕਿ ਪਬਲਿਕ ਆਪਣੇ ਹੈਲਥ ਵਾਸਤੇ ਸਭ ਕੁਝ ਕਰ ਦਿੰਦੀ ਹੈ, ਪੈਸਾ ਕੋਈ ਮਾਇਨੇ ਨਹੀਂ ਰੱਖਦਾ। ਗੱਲ ਹੈ ਸਮੇਂ ਦੀ। ਤੁਹਾਡਾ ਸਮਾਂ ਕੀ ਹੈ ਪਬਲਿਕ ਵਾਸਤੇ? ਕਿਸ ਸਮੇਂ ਤੋਂ ਲੈ ਕੇ ਕਦੋਂ ਤੁਸੀਂ ਸਟਾਰਟ ਕਰਦੇ ਹੋ, ਦੁਕਾਨ ਕਦੋਂ ਖੋਲ੍ਹਦੇ ਹੋ, ਆਪਣਾ ਹੌਸਪੀਟਲ ਕਦੋਂ ਬੰਦ ਕਰਦੇ ਹੋ? ਟਾਈਮ ਮੈਂ ਸਵੇਰੇ 10:30 ਵਜੇ ਤੋਂ ਲੈ ਕੇ ਸ਼ਾਮੀ 5:30 ਵਜੇ ਤੱਕ। ਔਰ ਹਰ ਇੱਕ ਆਉਣ ਵਾਲੇ ਨੂੰ ਮੇਰੀ ਇੱਕ ਬੇਨਤੀ ਹੁੰਦੀ ਹੈ ਕਿ ਪਲੀਜ਼ ਅਪੁਆਇੰਟਮੈਂਟ ਲੈ ਕੇ ਆਓ ਵੀ, ਤਾਂ ਕਿ ਤੁਹਾਨੂੰ ਕੋਈ ਦਿੱਕਤ ਮਹਿਸੂਸ ਨਾ ਹੋਵੇ। ਕਿਉਂਕਿ ਮੇਰਾ ਇਹ ਹੈ ਕਿ ਜਿਸਨੇ ਆਉਣਾ ਹੈ ਉਸਨੇ ਸਮਾਂ ਕੱਢ ਕੇ ਆਉਣਾ ਤਾਂ ਕਿ ਮੈਂ ਉਸਨੂੰ ਪ੍ਰੋਪਰ ਉਹਦੀ ਗਾਈਡੈਂਸ ਜੋ ਚਾਹੀਦਾ ਜਾਂ ਉਹਦੀ ਜੋ ਰਿਕੁਆਇਰਮੈਂਟ ਹੈ ਬਿਨਾਂ ਕਿਸੇ ਖਲਲ ਤੋਂ ਉਹ ਉਸ ਨੂੰ ਮੈਂ ਦੇ ਸਕਾਂ। ਐਸਾ ਕਦੇ ਵੀ ਜਿਵੇਂ ਤੁਸੀਂ ਪਹਿਲਾਂ, ਮੈਨੂੰ ਯਾਦ ਹੈ ਕਿ ਪਹਿਲਾਂ ਬੜੇ ਕੈਂਪ ਲੱਗਦੇ ਹੁੰਦੇ ਸੀ, ਕੋਈ ਕੈਂਪਾਂ ਦਾ ਵੀ ਤੁਹਾਡਾ ਜਿਹੜਾ ਹੈ, ਤੁਸੀਂ ਕਿਸੇ ਮਤਲਬ ਕਿਸੇ ਕਲੋਨੀ 'ਚ ਜਾ ਕੇ ਜਾਂ ਹੋਰ ਕੁਛ ਐਸਾ? ਨਹੀਂ, ਮੈਂ ਹਾਲੇ ਕੈਂਪ ਵਾਲੇ ਤਾਂ ਕੋਈ ਸੋਚਿਆ ਨਹੀਂ, ਪਰ ਮੈਨੂੰ ਐਜ਼ ਏ ਹੈਲਥ ਗੁਰੂ ਜਿੱਦਾਂ ਦਿੱਲੀ ਤੋਂ, ਆਪਣੇ ਧੰਨਵਾਦ ਤੋਂ, ਬੈਂਗਲੋਰ ਤੋਂ, ਹੈਦਰਾਬਾਦ ਤੋਂ ਇੱਦਾਂ ਕਾਲਸ ਆਈਆਂ ਨੇ ਕਿ ਮੈਂ ਉੱਥੇ ਜਾ ਕੇ ਲੈਕਚਰ ਡਿਲੀਵਰ ਕਰਦਾ ਵਾਂ ਹੈਲਥ ਬਾਰੇ, ਕਿ ਤੁਸੀਂ ਕਿੱਦਾਂ ਹੈਲਦੀ ਰਹਿਣਾ ਹੈ। ਆਪਣੇ ਖੰਨੇ ਦੇ ਵਿੱਚ ਇੱਕ ਸੰਸਥਾ ਹੈ ਚੜ੍ਹਦੀ ਕਲਾ ਮੰਚ, ਉਸ ਦੇ ਜੋ ਫਾਊਂਡਰ ਨੇ ਉਹ ਆਪਣੇ ਲੈਕਚਰਰ ਹੈ ਸਰਦਾਰ ਸੁਖਦੇਵ ਸਿੰਘ ਜੀ। ਉਹਨਾਂ ਨੇ ਪਿਛਲੀ ਵਾਰ ਉਪਰਾਲਾ ਕੀਤਾ ਸੀ, ਤਕਰੀਬਨ 30 ਦੇ ਕਰੀਬ ਪੇਸ਼ੈਂਟ ਉਹਨਾਂ ਨੇ ਅਰੇਂਜ, ਪੇਸ਼ੈਂਟ ਨਹੀਂ ਕਹਾਂਗਾ ਮੈਂ, 30 ਦੇ ਕਰੀਬ ਲੋਕਾਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਸੀ, ਜਿਨ੍ਹਾਂ ਨੂੰ ਅਸੀਂ ਟੈਸਟ ਕੀਤਾ ਸੀ ਬਹੁਤ ਹੀ ਨੋਮੀਨਲ ਫੀਸ 'ਤੇ। ਅਸੀਂ ਉਹਨਾਂ ਕੋਲ 1000 ਪਰ ਪਰਸਨ ਚਾਰਜ ਕੀਤਾ ਸੀ, ਅਤੇ ਇੱਕ ਮਤਲਬ ਜਿੱਦਾਂ ਲੋਕਾਂ ਨੂੰ ਅਵੇਅਰਨੈਸ ਵਾਸਤੇ। ਅਤੇ ਹਾਲੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਅਸੀਂ ਇਹਦੀ ਅਵੇਅਰਨੈਸ ਵਾਸਤੇ ਕੋਈ ਕੈਂਪ ਵਗੈਰਾ ਔਰਗੇਨਾਈਜ਼ ਕਰੀਏ, ਕਿਉਂਕਿ ਜਿਹੜੀ AFT ਟੈਕਨੋਲੋਜੀ ਹੈ ਇਹ ਭਾਰਤ ਵਿੱਚ, ਖਾਸ ਕਰਕੇ ਪੰਜਾਬ ਵਿੱਚ ਲੈ ਕੇ ਆਉਣ ਵਾਲਾ ਮੈਂ ਪਹਿਲਾ ਇਨਸਾਨ ਹਾਂ। ਅਤੇ ਮੇਰੀ ਵੱਲੋਂ ਕੋਸ਼ਿਸ਼ ਹੋਏਗੀ ਕਿ ਇਹਦੀ ਪਹੁੰਚ ਹਰ ਤੱਕ ਹੋਵੇ ਤਾਂ ਕਿ ਹਰ ਇੱਕ ਇਨਸਾਨ ਇੱਕ ਵਧੀਆ ਅਤੇ ਖੁਸ਼ਹਾਲ ਜ਼ਿੰਦਗੀ ਜੀਣ 'ਚ ਆਪਣਾ ਪੂਰਾ ਯੋਗਦਾਨ ਪਾ ਸਕੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਸਮਾਂ ਵੀ ਜਿਹੜਾ ਹੈ ਇਜਾਜ਼ਤ ਦਿੰਦਾ। ਫਿਰ ਆਪਾਂ ਕਿਸੇ ਨਵੀਂ ਟੈਕਨੀਕ ਦੇ ਉੱਪਰ ਫਿਰ ਤੁਹਾਡੇ ਰੂਬਰੂ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਧੰਨਵਾਦ ਜੀ, ਥੈਂਕ ਯੂ ਸੋ ਮਚ। ਸੋ ਇਹ ਸੀ ਡਾਕਟਰ ਕਮਲਜੀਤ ਸਿੰਘ, ਜਿਨ੍ਹਾਂ ਦੇ ਨਾਲ ਆਪਾਂ ਨੇ ਅੱਜ ਚੁੰਬਕੀ ਇਲਾਜ ਦੇ ਉੱਪਰ ਗੱਲਬਾਤ ਕੀਤੀ। ਜਾਣਦੇ ਹਾਂ ਕਿ ਚੁੰਬਕੀ ਇਲਾਜ ਕੀ ਹੈ,
ਕਿਵੇਂ ਅਸੀਂ ਜਿਹੜਾ ਹੈ ਇਹਨੂੰ ਲੈ ਸਕਦੇ ਹਾਂ। ਮੈਡੀਸਨ ਤੋਂ ਰਹਿਤ ਹੈ, ਕੁਝ ਜਿਹੜੀਆਂ ਆਪਣੇ ਸਰੀਰ ਦੀ ਬੋਡੀ ਦੀਆਂ ਕਿਰਨਾਂ ਨੇ ਉਹਦੇ ਉੱਪਰ ਹੀ ਥਰੂ ਜਿਹੜਾ ਹੈ ਕੰਮ ਕੀਤਾ ਜਾਂਦਾ ਹੈ। ਸੋ ਕੈਮਰਾਮੈਨ ਰਾਜੇਸ਼ ਰਾਜਾ ਦੇ ਨਾਲ ਮੈਂ ਰਾਜ ਮੈਨਰੋ, ਖੰਨਾ।